ਵਾਹਿਗੁਰੂ ਸਾਹਿਬ ਜੀਓ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਪੁੰਨੀ ਪਾਪੀ ਆਖਨ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ, ਸਰਬ ਸਾਂਝੀਵਾਲਤਾ ਦੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੇ ਅੰਦਰੋਂ ਇਹਨਾਂ ਪਾਵਨ ਦੀਵਾਨਾਂ ਵਿੱਚ ਸਾਧ ਸੰਗਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਰਚਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ, ਪਾਵਨ ਜਪ ਬਾਣੀ ਦੀ ਵਿਚਾਰ ਆਪ ਬੜੇ ਪਿਆਰ ਨਾਲ ਸਰਵਣ ਕਰ ਰਹੇ ਹੋ। ਆਓ ਅੱਜ ਇਹ ਪਾਵਨ ਵਿਚਾਰ ਅਧੀਨ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ, ਜਪ ਬਾਣੀ ਦੇ ਅੰਦਰ ਇਹ ਸਾਧ ਸੰਗਤ ਜੀ 20ਵੀਂ ਪੌੜੀ ਦਾ ਪਾਠ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਪਾਵਨ ਅੰਮ੍ਰਿਤ ਪੌੜੀ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਇਸ ਪਾਵਨ ਉਪਦੇਸ਼ ਨੂੰ ਸਮਝਣ ਦਾ ਆਪਾਂ ਗੁਰੂ ਦੀ ਕਿਰਪਾ ਨਾਲ ਯਤਨ ਕਰਨਾ ਹੈ, ਤਾਂ ਕਿ ਸਤਿਗੁਰਾਂ ਦਾ ਉਪਦੇਸ਼ ਸਾਡੇ ਜੀਵਨ ਦਾ ਆਧਾਰ ਬਣ ਜਾਏ। ਕਰੋ ਕਿਰਪਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਸਲ ਵਿੱਚ ਮਨੁੱਖ ਨੂੰ ਇਸ ਅੰਮ੍ਰਿਤ ਬਾਣੀ ਦੇ ਅੰਦਰ ਸਚਿਆਰ ਬਣਨ ਦੀ ਜੁਗਤ ਦੇ ਰਹੇ ਨੇ। ਔਰ ਸਚਿਆਰ ਬਣਨ ਦੇ ਲਈ ਸਭ ਤੋਂ ਵੱਡੀ ਪੌੜੀ ਜਿਹੜੀ ਹੈ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੀ ਪੌੜੀ ਜਪਜੀ ਸਾਹਿਬ ਜੀ ਦੇ ਅੰਦਰ ਬਖਸ਼ਿਸ਼ ਕਰਕੇ ਗਏ ਨੇ, ਜਿੱਥੇ ਸਾਹਿਬ ਨੇ ਆਖਿਆ ਵੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਰਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਣਾ, ਔਰ ਉਹ ਹੁਕਮ ਕਰਤੇ ਪ੍ਰਮਾਤਮਾ ਅਕਾਲ ਪੁਰਖ ਨੇ ਹਰ ਜੀਵਾਤਮਾ ਦੇ ਨਾਲ ਲਿਖਿਆ ਹੋਇਆ। ਜਾਂ ਇੰਝ ਕਹਿ ਲਓ ਵੀ ਇਹ ਸਾਰੀ ਸ੍ਰਿਸ਼ਟੀ ਉਸ ਕਰਤੇ ਪ੍ਰਮਾਤਮਾ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਹੀ ਚੱਲ ਰਹੀ ਹੈ। ਇਹ ਪ੍ਰਮਾਤਮਾ ਦੀ ਬਣਾਈ ਇੱਕ ਨਿਯਮਾਵਲੀ ਹੈ, ਜਿੱਥੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕੋਈ ਕਿਸੇ ਬਿਰਤੀ ਨੂੰ ਕਮਾਉਣ ਵਾਲਾ ਹੈ, ਕੋਈ ਕਿਸੇ ਤਰ੍ਹਾਂ ਦੇ ਕਰਮ ਕਰਨ ਵਾਲਾ ਹੈ। ਪਰ ਜਿਵੇਂ ਦੁਨਿਆਵੀ ਤੌਰ ਤੇ ਸੰਸਾਰ ਦੇ ਅੰਦਰ ਮੰਦੇ ਕਰਮ ਕਰਨ ਵਾਲੇ ਨੂੰ ਮੰਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਤੇ ਚੰਗਿਆਈਆਂ ਕਰਨ ਵਾਲੇ ਨੂੰ ਮਾਣ ਤੇ ਪ੍ਰਤਿਸ਼ਠਾ ਮਿਲਦੀ ਹੈ, ਇਹੀ ਸੇਮ ਜਿਹੜਾ ਨਿਯਮ ਹੈ ਪ੍ਰਮਾਤਮਾ ਦੀ ਕੁਦਰਤ ਦੇ ਵਿੱਚ ਕੰਮ ਕਰਦਾ ਹੈ। ਇਹ ਤੇ ਜਿਨ੍ਹਾਂ ਨੂੰ ਸਤਿਗੁਰ ਨੇ ਆਪਣੀ ਨਜ਼ਰ ਦਿੱਤੀ, ਜਿਹੜੇ ਸਤਿਗੁਰ ਦੇ ਉਪਦੇਸ਼ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਕਮਾਉਣ ਲੱਗ ਪਏ, ਉਹ ਚੰਗੇ ਕਰਮਾਂ ਵਾਲੇ ਮਨੁੱਖ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਂਦੇ ਨੇ। ਉਹਨਾਂ ਦਾ ਜਨਮ ਤੇ ਮਰਨ ਸੰਸਾਰ ਵਿੱਚੋਂ ਮਿਟ ਜਾਂਦਾ ਹੈ। ਤੇ ਦੂਜੇ ਪਾਸੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਅਗਿਆਨਤਾ, ਅੰਧਕਾਰ, ਵਿਸ਼ੇ ਵਿਕਾਰ, ਮਾੜੇ ਕਰਮਾਂ ਦੇ ਅੰਦਰ, ਅਵਗੁਣਾਂ ਦੇ ਅੰਦਰ, ਬੁਰਾਈਆਂ ਦੇ ਅੰਦਰ ਬਤੀਤ ਕੀਤਾ ਹੈ, ਉਹਨਾਂ ਦੇ ਕਰਮਾਂ ਦੀ ਸਜ਼ਾ ਉਹਨਾਂ ਨੂੰ ਫਿਰ ਉਹਨਾਂ ਦੇ ਮੁਤਾਬਕ ਪਰਮਾਤਮਾ ਦੀ ਇਸ ਬਣਾਈ ਕੁਦਰਤ
ਜਾਂ ਰੱਬ ਦੀ ਇਸ ਬਣਾਈ ਦਰਗਾਹ ਦੇ ਅੰਦਰ ਮਿਲਦੀ ਹੈ। ਅੱਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਬਖਸ਼ੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਵੀ ਸਚਿਆਰ ਕਿਵੇਂ ਬਣਿਆ ਜਾਏ। ਧਿਆਨ ਦੇਣਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਪੌੜੀ ਹੈ ਜੀਵਨ ਦੀ ਪਹਿਲੀ। ਫਿਰ ਇਹ ਕਮਾਉਣ ਦੇ ਲਈ, ਹੁਕਮ ਰਜਾਈ ਚੱਲਣ ਦੇ ਲਈ ਸਤਿਗੁਰ ਕਹਿੰਦੇ ਨੇ ਤੈਨੂੰ ਨਾਮ ਨੂੰ ਗਾਣਾ ਪਏਗਾ, ਤੈਨੂੰ ਪਰਮਾਤਮਾ ਦੇ ਗੁਣਾਂ ਨੂੰ ਸੁਣਨਾ ਪਏਗਾ। ਪਰਿਪੂਰਨ ਪਰਮਾਤਮਾ ਦੇ ਅੰਮ੍ਰਿਤ ਬਚਨਾਂ ਦੇ ਉੱਤੇ ਤੈਨੂੰ ਆਪਣੀ ਭਾਵਨਾ ਬਣਾਉਣੀ ਪਏਗੀ, ਤੈਨੂੰ ਆਪਣਾ ਅਕੀਦਾ ਬਣਾਉਣਾ ਪਏਗਾ, ਭਰੋਸਾ ਬਣਾਉਣਾ ਪਏਗਾ। ਜਿਸ ਵੇਲੇ ਤੇਰਾ ਪਿਆਰ ਸਤਿਗੁਰ ਕੇ ਅੰਮ੍ਰਿਤ ਬਚਨਾਂ ਦੇ ਨਾਲ ਬਣ ਗਿਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਭ ਕਹਿੰਦੇ ਨੇ ਫਿਰ ਤੂੰ ਮਾਲਕ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਏਗਾ। ਹੁਣ ਸੰਸਾਰ ਦੇ ਅੰਦਰ ਦਾ ਇੱਕ ਖਿਆਲ ਸਤਿਗੁਰ ਨੇ ਇਸ ਪੌੜੀ ਵਿੱਚ ਬਖਸ਼ਿਸ਼ ਕੀਤਾ ਹੈ ਕਿ ਅਕਸਰ ਮਨੁੱਖ ਧਰਮ ਦੀ ਦੁਨੀਆ ਦੇ ਵਿੱਚ ਇੱਕ ਸਵਾਲ ਕਰਦਾ ਹੈ ਕਿ ਦੁਨੀਆ ਤੇ ਇੰਨੇ ਪਾਪ ਕਰਨ ਵਾਲੇ ਨੇ, ਇੰਨੇ ਪੁੰਨ ਕਰਮ ਕਰਨ ਵਾਲੇ ਨੇ, ਤੇ ਕਈ ਵਾਰੀ ਬੰਦਾ ਕਹਿ ਦਿੰਦਾ ਜਦੋਂ ਧਰਮ ਦੀ ਦੁਨੀਆ ਦੇ ਵਿੱਚ ਇਹੋ ਜੀਆਂ ਗੱਲਾਂ ਸੁਣਦਾ ਹੈ, ਜਦੋਂ ਧਾਰਮਿਕ ਬੰਦਿਆਂ ਕੋਲੋਂ ਇਹੋ ਜਿਹੇ ਖਿਆਲ ਸੁਣਦਾ ਹੈ, ਤੇ ਇਨਸਾਨ ਕਹਿ ਦਿੰਦਾ ਵੀ ਲਓ ਜੀ ਪੁੰਨੀ ਤੇ ਪਾਪੀ ਪਾਪ, ਪੁੰਨ ਤੇ ਪਾਪ ਤੇ ਸਿਰਫ ਆਖਣ ਦੀਆਂ ਗੱਲਾਂ ਨੇ। ਇਹ ਕੋਈ ਹਕੀਕਤ ਥੋੜਾ ਹੈ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜਿਸ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਭਾਈ ਪੁੰਨ ਤੇ ਪਾਪ ਸਿਰਫ ਆਖਣ ਦੀਆਂ ਗੱਲਾਂ ਨਹੀਂ, ਇਹ ਹਕੀਕਤ ਤੇ ਸੱਚ ਹੈ। ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਆਓ ਇਸ ਪਾਵਨ ਪੌੜੀ ਨੂੰ ਆਪਾਂ ਗੁਰੂ ਦੀ ਕਿਰਪਾ ਨਾਲ ਸਮਝਣ ਦਾ ਯਤਨ ਕਰੀਏ। ਸਭ ਕਹਿੰਦੇ ਨੇ ਭਰੀਐ ਹੱਥ ਪੈਰ ਤਨ ਦੇਹ। ਸਾਧ ਸੰਗਤ ਇਸ ਪੌੜੀ ਨੂੰ ਪੜ੍ਹਨ ਲੱਗਿਆ ਇਹਨਾਂ ਸ਼ਬਦਾਂ ਤੇ ਆਪਾਂ ਥੋੜਾ ਜਿਹਾ ਵਿਸ਼ਰਾਮ ਦੇਣਾ ਹੈ, ਕਿਉਂਕਿ ਇਸ ਤੇ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਵੀ ਜੇ ਭਰੀਐ, ਭਰੀਐ ਦਾ ਮਤਲਬ ਹੈ ਭਰੇ ਜਾਣਾ, ਗੰਦੇ ਹੋ ਜਾਣਾ। ਹੱਥ ਪੈਰ ਸਰੀਰ ਤੇ ਦੇਹ, ਹਾਲਾਂਕਿ ਤਨ ਤੇ ਦੇਹ ਦੋਵੇਂ ਦੋਨੋਂ ਹੀ ਇੱਕੋ ਸਰੀਰ ਦੇ ਲਈ ਉਚਾਰੇ ਹੋਏ ਬਚਨ ਨੇ, ਪਰ ਤਨ ਜਿਹੜਾ ਹੈ ਉਹ ਪੁਲਿੰਗ ਸ਼ਬਦ ਵਿੱਚ ਆ ਜਾਂਦਾ ਹੈ, ਮੇਰਾ ਤਨ, ਤੇ ਦੇਹ ਸ਼ਬਦ ਜਿਹੜਾ ਹੈ ਉਹ ਇਸਤਰੀ ਲਿੰਗ ਵਿੱਚ ਆ ਜਾਂਦਾ ਹੈ ਵੀ ਮੇਰੀ ਦੇਹ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਸਰੀਰ ਭਾਵੇਂ ਕਿਸੇ ਮਨੁੱਖ ਦਾ ਹੈ, ਭਾਵੇਂ ਕਿਸੇ ਬੰਦੇ ਦਾ ਹੈ ਤੇ ਭਾਵੇਂ ਕਿਸੇ ਔਰਤ ਦਾ ਹੈ। ਜਿਹੜਾ ਸਰੀਰ ਸਤਿਗੁਰ ਕਹਿੰਦੇ ਨੇ ਹੱਥ ਪੈਰ ਸਰੀਰ, ਭਾਵੇਂ ਦੇਹ, ਕਿਉਂਕਿ ਇੱਥੇ ਤਨ ਇੱਕ ਵਚਨ ਸ਼ਬਦ ਹੈ, ਇਸ ਕਰਕੇ ਤਨ ਦੇ ਨੰਨੇ ਨੂੰ ਥੱਲੇ ਔਂਕੜ ਹੈ ਕਿਉਂਕਿ ਪੁਲਿੰਗ ਹੈ, ਤੇ ਦੇਹ ਇਸਤਰੀ ਲਿੰਗ ਸ਼ਬਦ ਹੈ, ਇਸ ਕਰਕੇ ਹਾਹੇ ਨੂੰ ਔਂਕੜ ਨੇ। ਧਿਆਨ ਦੇਣਾ ਸਾਧ ਸੰਗਤ, ਸਤਿਗੁਰ ਕਹਿੰਦੇ ਨੇ ਇਹ ਜਿਹੜਾ ਸਰੀਰ ਹੈ, ਹੱਥ ਨੇ ਪੈਰ ਨੇ, ਜੇਕਰ ਇਹਨਾਂ ਨੂੰ ਗੰਦਗੀ ਲੱਗ ਜਾਏ, ਮੈਲ ਲੱਗ ਜਾਏ, ਇਹ ਗੰਦੇ ਹੋ ਜਾਣ, ਤੇ ਪਾਤਸ਼ਾਹ ਕਹਿੰਦੇ ਨੇ ਪਾਣੀ ਧੋਤੈ ਉਤਰਸ ਖੇ। ਸਾਡਾ ਪਹਿਲਾ ਕਰਮ ਹੁੰਦਾ ਵੀ ਅਸੀਂ ਪਾਣੀ ਦੇ ਨਾਲ ਉਸ ਲੱਗੀ ਹੋਈ ਮੈਲ ਨੂੰ ਧੋ ਲੈਂਦੇ ਹਾਂ। ਭਾਵ ਜੇ ਸਰੀਰ ਦੇ ਇਹਨਾਂ ਅੰਗਾਂ ਨੂੰ ਮੈਲ ਲੱਗ ਜਾਏ ਤੇ ਸਾਡਾ ਪਹਿਲਾ ਕਰਮ ਹੁੰਦਾ ਵੀ ਅਸੀਂ ਆ ਕੇ ਸਭ ਤੋਂ ਪਹਿਲਾਂ ਆਪਣੇ ਹੱਥ ਪੈਰ ਮੂੰਹ ਧੋਨੇ ਹਾਂ। ਕਿਉਂ? ਕਿਉਂਕਿ ਜਿਹੜੀ ਗੰਦਗੀ ਬਾਹਰ ਮੁਖੀ ਸਰੀਰ ਨੂੰ ਲੱਗੀ ਹੈ, ਬਾਕੀ ਜਿਹੜਾ ਸਰੀਰ ਢਕਿਆ ਹੋਇਆ ਹੈ, ਉਸ ਢਕੇ ਹੋਏ ਸਰੀਰ ਦੀ ਸਾਨੂੰ ਉਨੀ ਚਿੰਤਾ ਨਹੀਂ ਹੁੰਦੀ। ਉਹਦੇ ਲਈ ਅਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਨੇ ਆ। ਕਈ ਵਾਰੀ ਬੰਦਾ ਰਾਤ ਨੂੰ ਆਪਣੇ ਕਾਰਜ ਤੋਂ ਘਰ ਵਾਪਸ ਪਰਤਦਾ ਹੈ ਤੇ ਤਾਂ ਵੀ ਇਸ਼ਨਾਨ ਕਰਦਾ ਹੈ, ਪਰ ਜਿਹੜੇ ਅੰਗ ਬਾਹਰ ਨੇ, ਜਿਵੇਂ ਮੂੰਹ, ਇਹਨੂੰ ਅਸੀਂ ਢੱਕ ਕੇ ਨਹੀਂ ਰੱਖ ਸਕਦੇ ਬਾਹਰ ਵਿਚਰਨ ਲੱਗਿਆ, ਹੱਥ ਨੇ ਪੈਰ ਨੇ, ਪਾਤਸ਼ਾਹ ਕਹਿੰਦੇ ਨੇ ਇਹ ਜੇ ਗੰਦਗੀ ਦੇ ਨਾਲ ਭਰ ਜਾਣ, ਜੇ ਇਹਨਾਂ ਨੂੰ ਮੈਲ ਲੱਗ ਜਾਏ, ਪਾਣੀ ਧੋਤੈ ਉਤਰਸ ਖੇ, ਫਿਰ ਪਾਣੀ ਦੇ ਨਾਲ ਧੋਤਿਆਂ ਸਭ ਕਹਿੰਦੇ ਨੇ ਇਹਨਾਂ ਦੀ ਜਿਹੜੀ ਖੇ ਹੈ, ਇਹਨਾਂ ਦੀ ਜਿਹੜੀ ਮੈਲ ਹੈ, ਮਿੱਟੀ ਹੈ, ਉਹ ਲੈ ਜਾਂਦੀ ਹੈ। ਇਸੇ ਤਰ੍ਹਾਂ ਫਿਰ ਸਤਿਗੁਰ ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ। ਜੇ ਕਿਤੇ ਕੱਪੜੇ ਤਨ ਤੇ ਪਾਏ ਹੋਏ ਵਸਤਰ ਕਿਸੇ ਗੰਦਗੀ ਦੇ ਨਾਲ ਮੈਲੇ ਹੋ ਜਾਣ, ਮੂਤ ਪਲੀਤੀ ਦਾ ਮਤਲਬ ਹੈ ਮਲ ਮੂਤਰ ਦੇ ਨਾਲ, ਆਦਿਕ ਚੀਜ਼ਾਂ ਦੇ ਨਾਲ ਮੈਲੇ ਹੋ ਜਾਣ। ਕੋਈ ਵੀ ਸੰਸਾਰ ਦਾ ਕਰਮ ਕਰਦੇ ਹਾਂ, ਜੇ ਸਾਡੇ ਵਸਤਰ ਤਨ ਤੇ ਪਾਏ ਮੈਲੇ ਹੋ ਗਏ ਤੇ ਪਾਤਸ਼ਾਹ ਕਹਿੰਦੇ ਨੇ ਦੇ ਸਾਬੂਨ ਲਈਐ ਉਹ ਧੋਏ।
ਫਿਰ ਅਸੀਂ ਸਾਬਣ ਕੈਮੀਕਲ ਆਦਿ ਦੀ ਵਰਤੋਂ ਕਰਕੇ ਉਹਨਾਂ ਕੱਪੜਿਆਂ ਨੂੰ ਧੋਂਦੇ ਹਾਂ ਤਾਂ ਕਿ ਉਹਨਾਂ ਦੇ ਅੰਦਰ ਦੀ ਮੈਲ ਨਿਕਲ ਜਾਏ, ਉਹ ਕੱਪੜੇ ਉਹ ਵਸਤਰ ਸਾਫ਼ ਹੋ ਜਾਣ, ਉਹ ਸਾਡੇ ਪਾਉਣ ਲਾਇਕ ਦੁਬਾਰਾ ਹੋ ਜਾਣ। ਧਿਆਨ ਦੇਣਾ, ਕੱਪੜੇ ਦੇ ਅੰਦਰ ਕਿਤੇ ਦਾਗ ਰਹਿ ਵੀ ਜਾਏ ਨਾ ਤੇ ਬੰਦਾ ਉਹਨੂੰ ਪਸੰਦ ਨਹੀਂ ਕਰਦਾ, ਉਹਨੂੰ ਕਹਿੰਦਾ ਦੁਬਾਰਾ ਧੋਤਾ ਜਾਏ। ਤੇ ਜੇ ਦਾਗ ਨਾ ਨਿਕਲੇ ਤੇ ਇਨਸਾਨ ਕਹਿੰਦਾ ਹੁਣ ਇਸ ਕੱਪੜੇ ਨੂੰ ਪਾਣਾ ਹੀ ਨਹੀਂ। ਕਿੱਡੀ ਕਮਾਲ ਦੀ ਜੁਗਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੀ ਹੈ। ਸਤਿਗੁਰ ਕਹਿੰਦੇ ਨੇ ਹੱਥ ਮੈਲੇ ਹੋਏ, ਪੈਰ ਮੈਲੇ ਹੋਏ, ਸਰੀਰ ਮੈਲਾ ਹੋਇਆ, ਬੰਦੇ ਨੇ ਪਾਣੀ ਦੇ ਨਾਲ ਇਹ ਸਰੀਰ ਦੀ ਮੈਲ ਨੂੰ ਤੋਲਿਆ। ਜੇ ਕੱਪੜਿਆਂ ਨੂੰ ਮੈਲ ਲੱਗ ਗਈ, ਮੂਤ ਆਦਿਕ ਕੱਪੜੇ ਮਲ ਮੂਤਰ ਦੇ ਨਾਲ ਮੈਲੇ ਹੋ ਗਏ, ਜਾਂ ਸੰਸਾਰ ਦੇ ਕਰਮ ਕਰਦਿਆਂ ਕੋਈ ਦਾਗ ਆਦਿਕ ਲੱਗੇ ਤੇ ਮੈਲੇ ਹੋ ਗਏ, ਪਾਤਸ਼ਾਹ ਕਹਿੰਦੇ ਨੇ ਇਹਨੇ ਸਾਬੁਣ ਦੇ ਨਾਲ ਕੈਮੀਕਲ ਦੇ ਨਾਲ ਕੱਪੜਿਆਂ ਨੂੰ ਵੀ ਧੋ ਕੇ ਸਾਫ਼ ਕਰ ਲਿਆ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਭਰੀਐ ਮਤ ਪਾਪਾ ਕੈ ਸੰਗ। ਇਹ ਹੁਣ ਸਵਾਲ ਸਤਿਗੁਰੂ ਜੀ ਸਾਨੂੰ ਕਰ ਰਹੇ ਨੇ। ਮੰਨ ਲਓ ਕੋਈ ਮੇਰੇ ਵਰਗਾ ਬੰਦਾ ਜਾਂ ਤੁਹਾਡੇ ਜੈਸਾ ਸਾਧ ਸੰਗਤ ਕੋਈ ਜਗਿਆਸੂ ਗੁਰੂ ਨੂੰ ਸਵਾਲ ਕਰ ਰਿਹਾ ਕਿ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਦੱਸੋ ਵੀ ਸਾਡੀ ਇਸ ਮੱਤ ਦੇ ਅੰਦਰ ਜੇ ਮੈਲ ਭਰੀ ਹੋਈ ਹੈ, ਪਾਪ ਲੱਗੇ ਹੋਏ ਨੇ ਸਾਨੂੰ ਅੰਦਰੋਂ, ਸਤਿਗੁਰ ਇਸ ਮੱਤ ਦੇ ਅੰਦਰ ਦੇ ਪਾਪ ਕਿਵੇਂ ਦੂਰ ਕਰੀਏ? ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੁਗਤ ਦਿੱਤੀ ਹੈ। ਦੋ ਐਗਜ਼ਾਮਪਲਾਂ ਸਤਿਗੁਰ ਨੇ ਦਿੱਤੀਆਂ ਨੇ। ਪਹਿਲੋਂ ਇੱਕ ਹੱਥ ਪੈਰ ਤੇ ਸਰੀਰ ਦੀ ਐਗਜ਼ਾਮਪਲ, ਦੂਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕੱਪੜੇ ਦੀ ਐਗਜ਼ਾਮਪਲ ਦੇ ਰਹੇ ਨੇ। ਸਤਿਗੁਰ ਕਹਿੰਦੇ ਨੇ ਕੱਪੜੇ ਨੂੰ ਧੋਤਾ ਸਾਬਣ ਦੇ ਨਾਲ, ਸਰੀਰ ਨੂੰ ਮੈਲ ਲੱਗੀ ਧੋਤੀ ਪਾਣੀ ਦੇ ਨਾਲ। ਹੁਣ ਪਾਤਸ਼ਾਹ ਕਹਿੰਦੇ ਨੇ ਹਾਂ, ਜਿਹੜਾ ਤੇਰਾ ਸਵਾਲ ਹੈ ਕਿ ਜੇ ਸਾਡੀ ਸਤਿਗੁਰ ਜੀ ਇਹ ਮੱਤ ਪਾਪਾਂ ਨਾਲ ਭਰੀ ਹੋਈ ਹੈ, ਇਹ ਪਾਪਾਂ ਦੀ ਮੈਲ ਇਸ ਮੱਤ ਤੋਂ ਕਿਵੇਂ ਲੱਥੇਗੀ? ਭਰੀਐ ਮਤ ਪਾਪਾ ਕੈ ਸੰਗ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਤੋਂ ਪੈ ਨਾਮੈ ਕੈ ਰੰਗ। ਪਾਤਸ਼ਾਹ ਕਹਿੰਦੇ ਨੇ ਉਹ ਲੱਥ ਜਾਏਗੀ, ਪਰ ਕਿਵੇਂ? ਨਾਮੈ ਸ਼ਬਦ ਨਾਮ, ਨਾਮ ਦੇ ਨਾਲ। ਧਿਆਨ ਦੇਣਾ, ਉਹ ਤੋਂ ਪੈ ਨਾਮੈ ਕੈ ਰੰਗ, ਉਹ ਨਾਮ ਦੇ ਪਿਆਰ ਦੇ ਨਾਲ ਲੱਥੇਗੀ ਜਿਹੜੀ ਸਾਡੀ ਮੱਤ ਨੂੰ ਮੈਲ ਲੱਗੀ ਹੈ। ਹੁਣ ਧਿਆਨ ਦੇਣਾ, ਸ਼ਬਦ ਆਇਆ ਪਾਪ। ਸਾਧ ਸੰਗਤ ਜੀ, ਅਸੀਂ ਪਾਪ ਸ਼ਬਦ ਦੀ ਜਦੋਂ ਵੀ ਪਰਿਭਾਸ਼ਾ ਦਿੰਦੇ ਹਾਂ, ਅਸੀਂ ਕਹਿੰਦੇ ਕਿਸੇ ਬੰਦੇ ਨੇ ਕਿਸੇ ਦਾ ਕਤਲ ਕਰ ਦਿੱਤਾ, ਉਹਦੇ ਹੱਥੋਂ ਕੋਈ ਮਾਰਿਆ ਗਿਆ, ਤੇ ਆਮ ਅਸੀਂ ਕਹਦੇ ਨੇ ਇਸ ਬੰਦੇ ਨੇ ਬੜਾ ਵੱਡਾ ਪਾਪ ਕੀਤਾ ਹੈ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਪਾਪ ਨਹੀਂ, ਉਹ ਕ੍ਰਾਈਮ ਹੈ, ਉਹ ਜ਼ੁਲਮ ਹੈ। ਪਾਪ ਅਸਲ ਵਿੱਚ ਸਾਡੀ ਮੱਤ ਦੇ ਅੰਦਰ ਪੈਦਾ ਹੋਣ ਵਾਲਾ ਫੁਰਨਾ ਹੈ। ਜਦੋਂ ਮਾੜਾ ਫੁਰਨਾ ਕੋਈ ਪੈਦਾ ਹੁੰਦਾ ਹੈ, ਸਾਧ ਸੰਗਤ, ਜੇ ਇਸ ਮੱਤ ਦੇ ਅੰਦਰ ਚੰਗਾ ਖਿਆਲ ਪੈਦਾ ਹੋਇਆ, ਚੰਗਾ ਫੁਰਨਾ ਪੈਦਾ ਹੋਇਆ, ਤੇ ਸਮਝ ਲੈਣਾ ਇਹ ਮੱਤ ਹੁਣ ਪੁੰਨ ਦੇ ਨਾਲ, ਪੁੰਨ ਕਰਮ ਦੇ ਨਾਲ ਭਰ ਗਈ ਹੈ, ਚੰਗਿਆਈਆਂ ਨਾਲ ਭਰ ਗਈ ਹੈ। ਤੁਸੀਂ ਰਸਤੇ ਵਿੱਚ ਜਾ ਰਹੇ ਹੋ, ਸਾਧ ਸੰਗਤ, ਤੁਹਾਡੇ ਅੱਗੇ ਅੱਗੇ ਕੋਈ ਇਨਸਾਨ ਚੱਲਦਾ ਪਿਆ, ਤੁਸੀਂ ਵੇਖਿਆ ਵੀ ਉਸ ਇਨਸਾਨ ਨੇ ਆਪਣੀ ਜੇਬ ਵਿੱਚੋਂ ਕੁਝ ਕੱਢਿਆ, ਤੇ ਜਦੋਂ ਨੇ ਆਪਣੀ ਜੇਬ ਵਿੱਚੋਂ ਕੁਝ ਕੱਢਿਆ ਤੇ ਉਹਦਾ ਪਰਸ ਜਿਹੜਾ ਜੇਬ ਵਿੱਚ ਸੀ ਉਹ ਥੱਲੇ ਡਿੱਗ ਪਿਆ। ਜੇ ਤੇ ਤੁਹਾਡੇ ਅੰਦਰ ਪਾਪ ਹੈ ਤੇ ਤੁਸੀਂ ਯਤਨ ਕਰੋਗੇ ਉਸ ਪਰਸ ਨੂੰ ਬੜੀ ਆਸਾਨੀ ਦੇ ਨਾਲ ਅੱਖ ਬਚਾ ਕੇ ਚੁੱਕ ਕੇ ਆਪਣੀ ਜੇਬ ਵਿੱਚ ਪਾ ਲੋਗੇ। ਅੱਗੇ ਜਾ ਕੇ ਉਸ ਪਰਸ ਦੇ ਅੰਦਰ ਦੀ ਮਾਇਆ ਕੱਢ ਕੇ ਉਸ ਪਰਸ ਨੂੰ ਕਿਸੇ ਡਸਟਬਿਨ ਵਿੱਚ ਸੱਟ ਦਿਓਗੇ। ਤੇ ਜੇ ਤੁਹਾਡੇ ਅੰਦਰ ਪੁੰਨ ਹੈ, ਜੇ ਤੁਹਾਡੇ ਅੰਦਰ ਚੰਗਿਆਈ ਹੈ, ਤੇ ਤੁਸੀਂ ਉਸ ਆਦਮੀ ਨੂੰ ਦੂਰੋਂ ਆਵਾਜ਼ ਮਾਰੋਗੇ, ਭਾਈ ਸਾਹਿਬ ਤੁਹਾਡਾ ਪਰਸ ਧਰਤੀ ਤੇ ਡਿੱਗ ਪਿਆ, ਥੱਲੇ ਡਿੱਗ ਪਿਆ ਹੈ। ਤੁਸੀਂ ਉਸ ਬੰਦੇ ਨੂੰ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਨਾਲ ਉਹਦਾ ਪਰਸ ਵਾਪਸ ਕਰੋਗੇ। ਧਿਆਨ ਦੇਣਾ, ਸਤਿਗੁਰ ਕਹਿੰਦੇ ਨੇ ਪੁੰਨ ਤੇ ਪਾਪ ਆਖਣ ਦੀਆਂ ਗੱਲਾਂ ਨਹੀਂ, ਇਹ ਕਰਮ ਕਰਦਿਆਂ ਸਾਡੇ ਨਾਲ ਨਾਲ ਚੱਲਦੀਆਂ ਨੇ। ਜੇ ਤੁਸੀਂ ਉਸ ਬੰਦੇ ਦਾ ਪਰਸ ਵਾਪਸ ਕਰ ਦਿੱਤਾ ਤੇ ਸਤਿਗੁਰ ਕਹਿੰਦੇ ਨੇ ਤੁਸੀਂ ਧਰਮੀ ਹੋ, ਤੁਸੀਂ ਸੱਚੇ ਹੋ, ਤੁਸੀਂ ਸੱਚ ਨਾਲ ਜੁੜੇ ਹੋ, ਪਰਮਾਤਮਾ ਨਾਲ ਜੁੜੇ ਹੋ। ਤੇ ਜੇ ਤੁਸੀਂ ਆਖਿਆ ਵੀ ਨਹੀਂ, ਇਹਦੇ ਅੰਦਰ ਦੀ ਮਾਇਆ ਕਿਤੇ ਮੇਰੀ ਹੋ ਜਾਏ, ਇਹ ਤੇ ਮੈਨੂੰ ਮਿਲਿਆ, ਇਹ ਤੇ ਮੈਨੂੰ ਲੱਭਿਆ, ਤੁਸੀਂ ਉਸ ਪਰਸ ਨੂੰ ਆਪਣੇ ਜੇਬ ਵਿੱਚ ਰੱਖ ਲਓ, ਮਾਇਆ ਕੱਢ ਲਓ, ਉਸ ਬੰਦੇ ਨੂੰ ਪਰਸ ਵਾਪਸ ਨਾ ਕਰੋ। ਮੇਰੇ ਸਤਿਗੁਰ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਪਾਪ ਹੈ। ਧਿਆਨ ਦੇਣਾ, ਹੁਣ ਇਹ ਕਰਮ ਬੰਦੇ ਨੇ ਕੀਤਾ, ਪਰ ਉਸ ਕਰਨ ਤੋਂ ਪਹਿਲਾਂ ਉਹਦੇ ਅੰਦਰ ਇੱਕ ਫੁਰਨਾ ਬਣਿਆ। ਉਹ ਜਿਹੜਾ ਫੁਰਨਾ ਉਹਦੇ ਅੰਦਰ ਬਣਿਆ ਨਾ ਵੀ ਕਿੰਨਾ ਚੰਗਾ ਹੋਵੇ,
ਪਰਸ ਤੇ ਥੱਲੇ ਡਿੱਗ ਪਿਆ ਵੀ ਤੂੰ ਕਿਤੇ ਅੱਖ ਬਚਾ ਕੇ ਇਹਨੂੰ ਆਪਣੇ ਕੋਲੋਂ ਰੱਖ ਲੈ, ਇਹ ਤੇਰੇ ਕੋਲੋਂ ਆ ਜਾਏ। ਧਿਆਨ ਦੇਣਾ, ਇਹ ਜਿਹੜਾ ਫੁਰਨਾ ਹੈ ਸਤਿਗੁਰ ਨੇ ਇਹਨੂੰ ਪਾਪ ਆਖਿਆ। ਹੁਣ ਥੋੜੀ ਜਿਹੀ ਤਵੱਜੋ ਦੇਣਾ ਸਾਧ ਸੰਗਤ, ਤੁਸੀਂ ਸੰਸਾਰ ਵਿੱਚ ਵਿਚਰੇ ਹੋ, ਆਪਾਂ ਗੁਰੂ ਕੀ ਗੋਦ ਵਿੱਚ ਬੈਠੇ ਹਾਂ। ਇੱਥੇ ਬੈਠੇ ਹਾਂ ਸਾਧ ਸੰਗਤ, ਹਰ ਇੱਕ ਬਿਰਤੀ ਇਨਸਾਨ ਦੀ ਵੱਖੋ ਵੱਖਰੀ ਹੈ। ਬਹੁਤ ਘੱਟ ਲੋਕ ਉਹ ਨੇ ਜਿਨ੍ਹਾਂ ਨੇ ਸੱਚ ਵਿੱਚ ਇੱਥੋਂ ਕੁਝ ਲੈ ਜਾਣ ਲਈ ਆਏ ਨੇ, ਜਿਨ੍ਹਾਂ ਨੇ ਗੁਰੂ ਕੀ ਗੋਦ ਵਿੱਚੋਂ ਸਤਿਗੁਰ ਦੇ ਅੰਮ੍ਰਿਤ ਬਚਨਾਂ ਦਾ ਖਜ਼ਾਨਾ ਲੈ ਕੇ ਜਾਣਾ। ਸਾਡੇ ਵਿੱਚੋਂ ਬਹੁਤੇ ਐਸੇ ਨੇ ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦਾ ਧਿਆਨ ਕਿਸੇ ਦੇ ਸਰੀਰ ਵੱਲ ਹੁੰਦਾ ਹੈ, ਕਿਸੇ ਦੇ ਕੱਪੜਿਆਂ ਵੱਲ ਹੁੰਦਾ ਹੈ, ਕਿਸੇ ਦੇ ਪਹਿਰਾਵੇ ਵੱਲ ਹੁੰਦਾ ਹੈ। ਹੁਣ ਜਦੋਂ ਅਸੀਂ ਕਿਸੇ ਦੇ ਪਹਿਰਾਵੇ ਨੂੰ ਵੇਖ ਰਹੇ ਹਾਂ, ਸਰੀਰ ਨੂੰ ਵੇਖ ਰਹੇ ਹਾਂ, ਔਰ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਵੇਖਦੇ ਹਾਂ, ਸਾਡੇ ਮਨ ਅੰਦਰ ਫਿਰ ਉਹੋ ਜਿਹੇ ਖਿਆਲ ਪੈਦਾ ਹੁੰਦੇ ਨੇ। ਜਦੋਂ ਮਾੜੇ ਖਿਆਲ ਪੈਦਾ ਹੋਏ, ਮਾੜੀ ਬਿਰਤੀ ਪੈਦਾ ਹੋਈ, ਸੋਚ ਪੈਦਾ ਹੋਈ, ਇਹ ਜਿਹੜੀ ਸੋਚ ਮਾੜੀ ਪੈਦਾ ਹੋਈ ਇਹਨੂੰ ਸਤਿਗੁਰ ਕਹਿੰਦੇ ਨੇ ਭਰੀਐ ਮਤ ਪਾਪਾ ਕਹਿ ਸੰਗ। ਪਾਤਸ਼ਾਹ ਕਹਿੰਦੇ ਨੇ ਤੇਰੀ ਮਤ ਪਾਪਾਂ ਨਾਲ ਭਰੀ ਪਈ ਹੈ। ਇਹਦੇ ਅੰਦਰ ਪਾਪ ਨੇ, ਕਿਉਂਕਿ ਇਹਨੇ ਸੋਚਣਾ, ਸੋਚ ਦੇ ਅੰਦਰ ਆਪਣੀ ਸੁਰਤ ਦੇ ਅੰਦਰ ਮੈਲ ਲੈ ਕੇ ਆ ਗਿਆ। ਇਹਦੀ ਸੁਰਤ ਦੇ ਅੰਦਰ ਮੈਲ ਹੈ। ਗੱਲ ਥੋੜੀ ਹੋਰ ਸਮਝ ਵਿੱਚ ਆਏ ਸਾਧ ਸੰਗਤ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੇ ਜੀਵਨ ਵਿੱਚੋਂ ਆਪ ਜੀ ਦੇ ਸਾਹਮਣੇ ਰੱਖਣੀ ਚਾਹਾਂਗਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜੋਗੀਆਂ ਦੇ ਕੋਲੋਂ ਗਏ, ਸੁਮੇਰ ਪਰਬਤ ਦੇ ਉਹ ਜੋ ਮਤ ਦੇ ਨਾਲ, ਜੋਗੀਆਂ ਨਾਲ ਸਤਿਗੁਰਾਂ ਦੀ ਜੋ ਵੀ ਵਾਰਤਾਲਾਪ ਹੋਈ, ਸਾਧ ਸੰਗਤ ਉਹ ਸਭ ਆਪਾਂ ਸਿੱਧ ਗੋਸ਼ਟ ਦੇ ਅੰਦਰੋਂ ਪੜ੍ਹਦੇ ਤੇ ਸੁਣਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਉਹ ਕਹਿੰਦੇ ਤਾਂ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਉਹਨਾਂ ਬੜੀ ਲੰਮੀ ਚੌੜੀ ਚਰਚਾ ਕੀਤੀ, ਫਿਰ ਉਹਨਾਂ ਜੋਗੀਆਂ ਦੇ ਮਨ ਵਿੱਚ ਖਿਆਲ ਆਇਆ ਵੀ ਇੰਨਾ ਹੋਣਹਾਰ ਇਹ ਬਾਲਕ ਹੈ, ਇੰਨੀ ਛੋਟੀ ਜੀ ਉਮਰ ਤੇ ਇਹਦੇ ਕੋਲੋਂ ਹਰ ਗੱਲ ਦਾ ਜਵਾਬ ਹੈ। ਕਿੰਨਾ ਚੰਗਾ ਹੋਵੇ ਜੇ ਇਹ ਇਨਸਾਨ, ਇਹ ਬਾਲਕ ਸਾਡੇ ਪੰਥ ਵਿੱਚ ਆ ਜਾਏ, ਜੇ ਇਹ ਵੀ ਜੋਗੀ ਬਣ ਜਾਏ। ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਫਿਰ ਸਾਡੇ ਪੰਥ ਦਾ ਤੇ ਬੜਾ ਨਾਮਣਾ ਹੋ ਜਾਏਗਾ, ਸਾਰੇ ਜਗਤ ਵਿੱਚ ਸਾਡਾ ਪੰਥ ਫੈਲ ਜਾਏਗਾ। ਉਹਨਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਵਸ ਵਿੱਚ ਕਰਨ ਦੇ ਲਈ ਇੱਕ ਜੁਗਤ ਖੇਡੀ, ਕਿਉਂਕਿ ਜਦੋਂ ਬੰਦਾ ਵਿਚਾਰਾਂ ਨਾਲ ਪ੍ਰਭਾਵਿਤ ਨਾ ਹੋਵੇ, ਫਿਰ ਬੰਦੇ ਨੂੰ ਮਾਇਆ ਨਾਲ ਪ੍ਰਭਾਵਿਤ ਕੀਤਾ ਜਾਂਦਾ ਹੈ, ਉਹਦੇ ਅੰਦਰ ਨੂੰ ਠਣਕਾਇਆ ਜਾਂਦਾ ਹੈ, ਪਰਖਿਆ ਜਾਂਦਾ ਹੈ। ਉਹਨਾਂ ਕੀ ਕੀਤਾ, ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੱਕ ਖੱਪਰ ਦਿੱਤਾ ਤੇ ਬਾਬੇ ਨਾਨਕ ਨੂੰ ਆਖਿਆ ਵੀ ਇੱਥੋਂ ਥੋੜੀ ਦੂਰ ਤੇ ਇੱਕ ਸਰੋਵਰ ਹੈ, ਨਦੀ ਹੈ, ਉਸ ਨਦੀ ਦੇ ਅੰਦਰੋਂ ਇਹ ਲੋਟਾ ਤੁਸੀਂ ਪਾਣੀ ਦਾ ਭਰ ਕੇ ਲਿਆਓ। ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਲੋਟਾ ਲਿਆ ਤੇ ਸਾਹਿਬ ਤੁਰ ਪਏ। ਕੀ ਵੇਖਦੇ ਨੇ, ਅੱਗੇ ਇੱਕ ਨਦੀ ਤੇ ਹੈ, ਪਰ ਉਸ ਨਦੀ ਦੇ ਅੰਦਰ ਪਾਣੀ ਨਹੀਂ, ਉਹਦੇ ਅੰਦਰ ਬੜੇ ਕੀਮਤੀ ਰਤਨ, ਜਵਾਹਰ, ਮਾਨਕ, ਹੀਰੇ ਚਮਕ ਰਹੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉੱਥੇ ਪਹੁੰਚੇ, ਸਭ ਇਹਨਾਂ ਜੋਗੀਆਂ ਦੀ ਗੱਲ ਨੂੰ ਸਮਝ ਗਏ ਵੀ ਇਹ ਕਰਨਾ ਕੀ ਚਾਹੁੰਦੇ ਨੇ। ਧਿਆਨ ਦੇਣਾ ਸਾਧ ਸੰਗਤ, ਪਹਿਲਾ ਕਰਮ ਹੁੰਦਾ ਹੈ ਬੰਦੇ ਨੂੰ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ਜਾਂਦਾ ਹੈ। ਜਦੋਂ ਕੋਈ ਬੰਦਾ ਵਿਚਾਰਾਂ ਨਾਲ ਪ੍ਰਭਾਵਿਤ ਨਾ ਹੋਵੇ, ਆਪਾਂ ਸੰਸਾਰਿਕ ਕੰਮ ਕਰਾਉਣ ਜਾਂਦੇ ਹਾਂ ਸਰਕਾਰੀ ਦਫ਼ਤਰਾਂ ਦੇ ਅੰਦਰ, ਧਿਆਨ ਦੇਣਾ ਪਹਿਲਾ ਕਰਮ ਹੁੰਦਾ ਸਾਡਾ ਕੋਈ ਕੰਮ ਇਨਲੀਗਲ ਹੋਵੇ ਨਾ, ਗੈਰ ਕਾਨੂੰਨੀ ਕੰਮ ਹੋਵੇ, ਹਾਲਾਂਕਿ ਨਹੀਂ ਕਰਨਾ ਚਾਹੀਦਾ, ਕਾਨੂੰਨ ਦੇ ਨਿਯਮ ਦੇ ਦਾਇਰੇ ਵਿੱਚ ਹਰ ਕਾਰਜ ਹੋਣਾ ਚਾਹੀਦਾ ਹੈ। ਸਾਡਾ ਕੋਈ ਕੰਮ ਗੈਰ ਕਾਨੂੰਨੀ ਹੋਵੇ, ਅਸੀਂ ਬੰਦੇ ਕੋਲੋਂ, ਜਿੰਦੇ ਕੋਲੋਂ ਕੰਮ ਕਰਾਉਣਾ ਹੋਵੇ, ਪਹਿਲੋਂ ਉਹਦੇ ਵਿਚਾਰਾਂ ਨਾਲ ਗੱਲਬਾਤ ਕਰਨੇ ਆ ਵੀ ਪਰਖਣੇ ਉਸ ਬੰਦੇ ਨੂੰ, ਇਹ ਬੰਦਾ ਕਿੱਥੇ ਖੜਾ ਹੋਇਆ। ਜਦੋਂ ਪਹਿਲੀ ਗੱਲਬਾਤ ਕਰਨੇ ਆ, ਫਿਰ ਸਮਝ ਆ ਜਾਂਦੀ ਹੈ ਵੀ ਬੰਦਾ ਕੀ ਚਾਹੁੰਦਾ ਹੈ, ਇਹ ਸਾਡਾ ਕੰਮ ਕਰੇਗਾ ਕਿ ਨਹੀਂ ਕਰੇਗਾ, ਜੇ ਕਰੇਗਾ ਤੇ ਕਿਸ ਢੰਗ ਦੇ ਨਾਲ ਕਰੇਗਾ। ਫਿਰ ਅਸੀਂ ਅਗਲਾ ਯਤਨ ਕਰਨੇ ਆ ਕਿ ਮਾਇਆ ਦੀ ਪੇਸ਼ਕਸ਼ ਕਰਕੇ ਉਸ ਬੰਦੇ ਕੋਲੋਂ ਇਹ ਗੈਰ ਕਾਨੂੰਨੀ ਕੰਮ ਕਰਵਾ ਲਈਏ। ਬੰਦਾ ਯਤਨ ਕਰਦਾ ਹੈ ਕਿਉਂਕਿ ਮਾਇਆ ਦਾ ਪ੍ਰਭਾਵ ਹੈ ਇਨਸਾਨ ਦੇ ਉੱਤੇ, ਜ਼ਰੂਰਤ ਹੈ ਬੰਦੇ ਦੀ, ਪਰ ਧਿਆਨ ਦੇਣਾ ਇਹ ਜ਼ਰੂਰਤ ਹੈ, ਇਹ ਜੀਵਨ ਦਾ ਅੰਗ ਨਹੀਂ ਹੈ। ਜ਼ਰੂਰਤ ਹੋਣਾ ਤੇ ਜੀਵਨ ਦਾ ਅੰਗ ਬਣਾ ਲੈਣਾ, ਇਹਨਾਂ ਵਿੱਚ ਬੜਾ ਫਰਕ ਹੈ। ਅਸੀਂ ਅੱਜ ਇਸ ਚੀਜ਼ ਨੂੰ ਜੀਵਨ ਦਾ ਅੰਗ ਬਣਾ ਲਿਆ, ਪਰ ਇਹ ਸਾਡੀ ਜ਼ਰੂਰਤ ਸੀ। ਸੋ ਮੈਂ ਧਨ ਰਾਖਨ ਕੋ ਦਿਆ, ਮੁਗਤ ਕਹਿ ਤਨ ਮੇਰਾ, ਜਮ ਕਾ ਡੰਡ ਮੂੰਡ ਮੈਂ ਲਾਗੈ, ਖਿਨ ਮੈਂ ਕਰੈ ਨਿਬੇਰਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਕੀਮਤੀ ਰਤਨ, ਜਵਾਹਰ, ਮਾਨਕ, ਲਾਲ ਵੇਖੇ
ਤੇ ਸਤਿਗੁਰੂ ਜੀ ਲੋਟਾ ਖਾਲੀ ਲੈ ਕੇ ਜੋਗੀਆਂ ਦੇ ਕੋਲੋਂ ਵਾਪਸ ਆ ਗਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਲੋਟਾ ਜੋਗੀਆਂ ਦੇ ਅੱਗੇ ਰੱਖ ਦਿੱਤਾ ਵੀ ਆ ਤੁਹਾਡਾ ਲੋਟਾ। ਜੋਗੀ ਬੜੇ ਹੈਰਾਨਕੁਨ ਹੋ ਕੇ ਪੁੱਛਦੇ ਨੇ ਕਿ ਇਹ ਬਾਲਕ, ਤੈਨੂੰ ਲੋਟਾ ਪਾਣੀ ਭਰ ਕੇ ਲਿਆਉਣ ਲਈ ਦਿੱਤਾ ਸੀ, ਤੂੰ ਖਾਲੀ ਲੈ ਕੇ ਆ ਗਿਆ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਜੋਗੀ ਜੀ ਅਸਲ ਵਿੱਚ ਲੈਣ ਅਸੀਂ ਪਾਣੀ ਗਏ ਸਾਂ, ਪਰ ਉਸੇ ਸਰੋਵਰ ਦੇ ਅੰਦਰ ਪਾਣੀ ਸੀ ਨਹੀਂ, ਉਹ ਸਰੋਵਰ ਤੇ ਪਾਣੀ ਤੋਂ ਖਾਲੀ ਸੀ। ਹੁਣ ਜੋਗੀ ਕਹਿਣ ਲੱਗੇ, ਨਾਨਕ ਜੀ ਉੱਥੇ ਪਾਣੀ ਨਹੀਂ ਕਿ ਸੱਚਮੁੱਚ ਉੱਥੇ ਕੁਝ ਵੀ ਨਹੀਂ ਸੀ? ਕੁਝ ਤੇ ਹੋਏਗਾ ਸਰੋਵਰ ਦੇ ਅੰਦਰ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀ ਨਿਮਰਤਾ ਦੇ ਅੰਦਰ ਜਵਾਬ ਦਿੱਤਾ। ਕਹਿਣ ਲੱਗੇ, ਜੋਗੀ ਜੀ ਤੁਸੀਂ ਭੇਜਿਆ ਸੀ ਪਾਣੀ ਲੈਣ ਦੇ ਲਈ, ਅਸੀਂ ਗਏ ਸਾਂ ਪਾਣੀ ਲੈਣ ਦੇ ਲਈ। ਹੁਣ ਉਸ ਸਰੋਵਰ ਦੇ ਅੰਦਰ ਜੇ ਪਾਣੀ ਨਹੀਂ, ਉਹਦੇ ਅੰਦਰ ਜੋ ਕੁਝ ਮਰਜ਼ੀ ਹੋਵੇ, ਹੋਰ ਚੀਜ਼ਾਂ ਨਾਲ ਸਾਡਾ ਕੋਈ ਵਾਸਤਾ ਨਹੀਂ, ਸਾਡਾ ਵਾਸਤਾ ਸੀ ਪਾਣੀ ਦੇ ਨਾਲ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਉਹ ਇੰਨੇ ਪ੍ਰਭਾਵਿਤ ਹੋਏ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਬਦਾਵਲੀ ਨੂੰ ਸੁਣ ਕੇ ਇੰਨੇ ਪ੍ਰਭਾਵਿਤ ਹੋਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਬਾਬੇ ਨਾਨਕ ਨੇ ਸ਼ਬਦ ਦੇ ਨਾਲ ਸਾਰੀ ਸਿੱਧ ਮੰਡਲ ਨੂੰ ਜਿੱਤ ਲਿਆ। ਕਿਉਂਕਿ ਸਾਧ ਸੰਗਤ, ਜੇ ਮਤ ਦੇ ਅੰਦਰ ਮੈਲ ਆ ਗਈ, ਪਾਪ ਆ ਗਏ, ਤੇ ਕਰਮਾਂ ਦੇ ਅੰਦਰ ਵੀ ਆਣਗੇ। ਪਹਿਲੋਂ ਹਰ ਫੁਰਨਾ ਮਤ ਦੇ ਅੰਦਰ ਹੀ ਫੁਰਦਾ ਹੈ। ਮਾੜਾ ਕੋਈ ਵੀ ਕਰਮ ਕਰਨਾ ਹੈ, ਪਹਿਲੋਂ ਫੁਰਨੇ ਦੇ ਰੂਪ ਵਿੱਚ ਸਾਡੀ ਮਤ ਵਿੱਚ ਪੈਦਾ ਹੁੰਦਾ ਹੈ, ਬਾਅਦ ਵਿੱਚ ਅਸੀਂ ਉਹਨੂੰ ਪ੍ਰੈਕਟੀਕਲ ਰੂਪ ਤੇ ਕਰਮੀ ਤੌਰ ਤੇ ਅੰਜਾਮ ਦਿੰਦੇ ਹਾਂ। ਸਤਿਗੁਰੂ ਕਹਿੰਦੇ ਨੇ, ਜਿਹੜੀ ਮਤ ਪਾਪਾਂ ਨਾਲ ਭਰੀ ਗਈ, ਜਿਹੜੀ ਮਤ ਦੇ ਅੰਦਰ ਮੈਲੇ ਫੁਰਨੇ ਆ ਗਏ, ਪਾਤਸ਼ਾਹ ਜੀ ਕਹਿੰਦੇ ਨੇ, ਭਰੀਐ ਮਤ ਪਾਪਾ ਕੈ ਸੰਗ। ਹੁਣ ਧਿਆਨ ਦੇਣਾ, ਕੱਪੜੇ ਦੀ ਮੈਲ ਤੇ ਨਜ਼ਰ ਆ ਰਹੀ ਹੈ, ਬੰਦਾ ਧੋ ਲੇਗਾ। ਹੱਥਾਂ ਦੀ ਮੈਲ, ਪੈਰ ਦੀ ਮੈਲ, ਸਰੀਰ ਦੀ ਲੱਗੀ ਮੈਲ ਨਜ਼ਰ ਆ ਰਹੀ ਹੈ, ਬੰਦਾ ਪਾਣੀ ਨਾਲ ਧੋ ਲੇਗਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਤ ਦੇ ਅੰਦਰ ਦੀ ਮੈਲ ਕਿਸੇ ਨੂੰ ਨਜ਼ਰ ਨਹੀਂ ਆ ਰਹੀ। ਧਿਆਨ ਦੇਣਾ, ਤੁਸੀਂ ਬੈਠੇ ਹੋ ਗੁਰੂ ਕੀ ਗੋਦ ਵਿੱਚ, ਮੈਂ ਤੁਹਾਡੇ ਸਾਹਮਣੇ ਆ 2 ਫੁੱਟ ਉਚਾਈ ਤੇ ਬੈਠਾ ਸਾਧ ਸੰਗਤ। ਇਹਦਾ ਮਤਲਬ ਹੈ ਜੇ ਮੈਨੂੰ ਸਤਿਗੁਰ ਨੇ ਆ ਜਗ੍ਹਾ ਬਖਸ਼ੀ ਹੈ ਤੇ ਮੇਰੀ ਰਿਸਪੌਂਸਿਬਿਲਟੀ ਤੁਹਾਡੇ ਨਾਲੋਂ ਜ਼ਿਆਦਾ ਹੈ। ਪਰ ਇੱਥੇ ਬੈਠਿਆਂ ਮੇਰੀ ਮਤ ਅੰਦਰ ਕੀ ਚੱਲ ਰਿਹਾ ਹੈ, ਜਾਂ ਸੰਗਤ ਵਿੱਚ ਬੈਠਿਆਂ ਤੁਹਾਡੇ ਅੰਦਰ ਕਿਹੜੇ ਫੁਰਨੇ ਫੁਰਦੇ ਪਏ ਨੇ, ਧਿਆਨ ਦੇਣ ਦਾ ਪਤਾ ਤੁਹਾਨੂੰ ਵੀ ਨਹੀਂ ਤੇ ਮੈਨੂੰ ਵੀ ਨਹੀਂ। ਮੇਰੇ ਅੰਦਰ ਦਾ ਪਤਾ ਤੁਹਾਨੂੰ ਨਹੀਂ, ਤੁਹਾਡੇ ਅੰਦਰ ਦਾ ਪਤਾ ਮੈਨੂੰ ਨਹੀਂ। ਪਰ ਪਾਤਸ਼ਾਹ ਕਹਿੰਦੇ ਨੇ, ਜੇਕਰ ਮਤ ਪਾਪਾਂ ਦੇ ਨਾਲ ਭਰ ਜਾਏ ਤੇ ਬੰਦੇ ਇੱਕ ਕੰਮ ਕਰੀ, ਉਹ ਤੋਪੈ ਨਾਵੇਂ ਕੈ ਰੰਗ। ਫਿਰ ਆਪਣੇ ਅੰਦਰ ਸਤ, ਸੰਤੋਖ, ਧਰਮ, ਧੀਰਜ ਤੇ ਦਇਆ, ਇਹਨਾਂ ਗੁਣਾਂ ਨੂੰ ਆਪਣੇ ਅੰਦਰ ਲੈ ਕੇ ਆਈ। ਇਹ ਨਾਮ ਦੇ ਗੁਣ ਨੇ, ਇਹਨਾਂ ਗੁਣਾਂ ਨੂੰ ਆਪਣੇ ਅੰਦਰ ਲੈ ਕੇ ਆਈ। ਸਭ ਕਹਿੰਦੇ ਨੇ, ਫਿਰ ਤੇਰੀ ਮਤ ਦੀ ਮੈਲ ਦੂਰ ਹੋ ਜਾਏਗੀ। ਭਾਵ ਜਿਹੜੀ ਤੇਰੇ ਅੰਦਰ ਮਲੀਨਤਾ ਹੈ ਮਤ ਵਿੱਚ, ਸਭ ਕਹਿੰਦੇ ਨੇ ਇਹਨੂੰ ਧੋਣ ਦਾ ਇੱਕੋ ਹੀ ਤਰੀਕਾ ਹੈ। ਉਹ ਤਰੀਕਾ ਹੈ ਪਰਿਪੂਰਨ ਪਰਮਾਤਮਾ ਦੇ ਗੁਣ, ਉਹਦਾ ਨਾਮ। ਨਾਮ ਸਾਡੇ ਅੰਦਰ ਦੀ ਇਸ ਮੈਲ ਨੂੰ ਧੋਂਦਾ ਹੈ। ਧਿਆਨ ਦੇਣਾ ਸਾਧ ਸੰਗਤ, ਜਿਵੇਂ ਕਿਸੇ ਭਾਂਡੇ ਦੇ ਅੰਦਰ ਮੈਲ, ਸਾਹਿਬ ਦੀ ਪਾਵਨ ਬਾਣੀ ਦਾ ਬੜਾ ਪਿਆਰਾ ਬਚਨ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੂਹੀ ਰਾਗ ਵਿੱਚ ਸਾਹਿਬ ਕਹਿੰਦੇ ਨੇ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਉਹ ਭਲਾ ਹੈ ਜਿਹੜਾ ਚੰਗਾ ਹੋਵੇ, ਭਾਂਡਾ ਉਹ ਭਲਾ ਹੈ ਜਿਹੜਾ ਪਰਮਾਤਮਾ ਨੂੰ, ਰੱਬ ਜੀ ਨੂੰ ਭਾ ਜਾਏ। ਤੇ ਸਤਿਗੁਰ ਕਹਿੰਦੇ ਨੇ, ਜੇ ਭਾਂਡੇ ਦੇ ਅੰਦਰ ਮੈਲ ਹੈ, ਧਿਆਨ ਦੇਣਾ, ਸੀ ਤੇ ਬਾਹਰੋਂ ਧੋ ਰਹੇ ਹਾਂ। ਹੁਣ ਬੰਦਾ ਤੀਰਥਾਂ ਤੇ ਜਾ ਰਿਹਾ ਹੈ, ਧਾਰਮਿਕ ਦੁਆਰਿਆਂ ਤੇ ਜਾ ਰਿਹਾ ਹੈ, ਬਾਹਰੋਂ ਟਾਟ ਚੁੱਕ ਕੇ ਥੱਲਿਓਂ ਧੂੜ ਕੱਢ ਕੇ ਮੱਥੇ ਤੇ ਲਾ ਲੈਂਦਾ ਹੈ। ਸੰਗਤ ਵਿੱਚ ਬੈਠਿਆ ਇਹਦੇ ਨਾਲ ਕੋਈ ਬੜਾ ਗਰੀਬੜਾ ਜਿਹਾ ਬੰਦਾ ਆ ਕੇ ਬਹਿ ਜਾਏ, ਜਿੰਦੇ ਕੱਪੜੇ ਤਨ ਦੇ ਪਾਟੇ ਜੇ ਹੋਣ, ਜਿੰਦੇ ਚਿਹਰੇ ਦੇ ਉੱਤੇ ਮਿੱਟੀ ਲੱਗੀ ਹੋਵੇ, ਇਹ ਬੰਦਾ ਘਬਰਾ ਕੇ ਇੱਕਦਮ ਉੱਠ ਕੇ ਪਾਸੇ ਹੋ ਜਾਂਦਾ, ਕਿੱਥੇ ਆ ਗਿਆ ਮੇਰੇ ਕੋਲੋਂ ਬਹਿ ਕੇ। ਕਮਾਲ ਦੀ ਗੱਲ ਹੈ, ਅੰਦਰ ਵੜਨ ਲੱਗਿਆ ਤੂੰ ਟਾਟ ਚੁੱਕ ਕੇ ਥੱਲਿਓਂ ਮਿੱਟੀ ਦਰੀ ਦੀ ਮੱਥੇ ਤੇ ਲਾਣਾ ਪਿਆ, ਧੂੜ ਬਣਾ ਕੇ ਉਹਨੂੰ, ਤੇ ਅੰਦਰ ਬੈਠਿਆ ਸੰਗਤ ਦੇ ਬੰਦਾ ਤੇਰੇ ਕੋਲ ਬੈਠਿਆ, ਤੈਨੂੰ ਪਰਵਾਹ ਨਹੀਂ। ਹੁਣ ਸਤਿਗੁਰ ਕਹਿੰਦੇ ਨੇ, ਤੇਰੀ ਮੱਤ ਪਾਪਾਂ ਨਾਲ ਭਰੀ ਹੋਈ ਹੈ, ਤੇਰੀ ਮੱਤ ਇਹਨਾਂ ਖਿਆਲਾਂ ਨਾਲ ਭਰੀ ਹੋਈ ਹੈ। ਹੁਣ ਸਾਹਿਬ ਜੀ ਕਹਿੰਦੇ ਨੇ, ਭਾਂਡਾ ਅਤ ਮਲੀਨ, ਜੇ ਭਾਂਡਾ ਅੰਦਰੋਂ ਅਤ ਦਾ ਮੈਲਾ ਹੈ ਤੇ ਸਤਿਗੁਰ ਕਹਿੰਦੇ ਨੇ ਬਾਹਰੋਂ ਧੋਣ ਦੇ ਨਾਲ ਸਾਫ਼ ਨਹੀਂ ਹੋਏਗਾ। ਸਾਡਾ ਜਿੰਨਾ ਜ਼ੋਰ ਹੈ ਸਾਧ ਸੰਗਤ ਜੀ, ਤੀਰਥਾਂ ਤੇ ਸਰੋਵਰਾਂ ਤੇ ਇਸ਼ਨਾਨ ਕਰਨ ਤੇ ਲੱਗਾ ਹੋਇਆ ਹੈ, ਪਰ ਸੱਚ ਹੈ ਸਤਿਗੁਰ ਕਹਿੰਦੇ ਨੇ, ਬਾਣੀ ਵੱਲ ਸਾਡਾ ਧਿਆਨ ਹੀ ਨਹੀਂ, ਬਾਣੀ ਵੱਲ ਸਾਡੀ ਸੁਰਤ ਹੀ ਨਹੀਂ।
ਅਸੀਂ ਸੋਚਦੇ ਹਾਂ ਸ਼ਾਇਦ ਵੀ ਇਸ ਚੀਜ਼ ਦੇ ਨਾਲ ਸਾਨੂੰ ਪਵਿੱਤਰਤਾ ਮਿਲ ਜਾਏਗੀ, ਪਾਣੀ ਦੇ ਵਿੱਚ ਧੋਤਿਆਂ ਸ਼ਾਇਦ ਅਸੀਂ ਪਵਿੱਤਰ ਹੋ ਜਾਵਾਂਗੇ। ਬਾਬਾ ਨਾਨਕ ਜੀ ਕਹਿੰਦੇ ਨੇ ਨਹੀਂ ਭਰੀਐ ਮਤ ਪਾਪਾ ਕੇ ਸੰਗ, ਇਹਦੀ ਸਮਝ ਆਏ ਕਿਵੇਂ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਆਪ ਗੁਰੂ ਦੇ ਚਰਨਾਂ ਵਿੱਚ ਸੋਝੀ ਲੈਣ ਲਈ ਬੈਠੇ ਹੋ, ਪਰ ਅਸੀਂ ਗੁਰਦੁਆਰਿਆਂ ਵਿੱਚੋਂ ਸੋਝੀ ਵਾਲਾ ਕਨਸੈਪਟ ਹੀ ਖਤਮ ਕਰ ਦਿੱਤਾ। ਅਸੀਂ ਗੁਰਦੁਆਰਿਆਂ ਨੂੰ ਸਿਰਫ ਸੀਮਤ ਕਰ ਦਿੱਤਾ ਬਾਹਰਮੁਖੀ ਕਰਮਾਂ ਤੱਕ ਹੀ, ਵੀ ਅਸੀਂ ਬਾਹਰਮੁਖੀ ਜਿਹੜੇ ਕਰਮ ਕਰਨੇ ਨੇ ਉਸ ਲਈ ਅਸੀਂ ਗੁਰਦੁਆਰੇ ਬਣਾਏ ਨੇ। ਨਹੀਂ ਸਾਧ ਸੰਗਤ, ਇਹ ਸਿੱਖ ਦੀ ਧਰਮਸ਼ਾਲ ਹੈ, ਇੱਥੇ ਮਨ ਦੀ ਪੜਚੋਲ ਕਰਨੀ ਹੈ ਅਸੀਂ ਬੈਠ ਕੇ। ਤਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਉਹ ਧੋਪੈ ਨਾਮੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀਂ। ਸਭ ਕਹਿੰਦੇ ਨੇ ਪੁੰਨੀ ਤੇ ਪਾਪੀ ਸਿਰਫ ਆਖਣ ਦੀਆਂ ਗੱਲਾਂ ਨਹੀਂ, ਅਸਲ ਵਿੱਚ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਜਿਹੜੇ ਧਰਮ ਦੇ ਕਰਮ ਕਰੇਗਾ ਉਹ ਧਰਮੀ ਹੋਏਗਾ, ਜਿਹੜੇ ਪਾਪ ਦੇ ਕਰਮ ਕਰੇਗਾ ਉਹ ਪਾਪੀ ਹੋਏਗਾ। ਸਭ ਕਹਿੰਦੇ ਨੇ ਸਿਰਫ ਆਖਣ ਦੀਆਂ ਗੱਲਾਂ ਨਹੀਂ, ਕਰ ਕਰ ਕਰਨਾ ਲਿਖ ਲੈ ਜਾਹੋ। ਜੋ ਜੋ ਕਰੇਗਾ ਸਤਿਗੁਰ ਕਹਿੰਦੇ ਨੇ ਉਹ ਕੀਤਾ ਹੋਇਆ ਇਹਨੂੰ ਲੈ ਕੇ ਜਾਣਾ ਪਏਗਾ, ਉਹ ਇਹਦੀ ਸੁਰਤ ਦੇ ਅੰਦਰ ਟਿਕੇਗਾ, ਉਹ ਇਹਦਾ ਸੁਭਾਅ ਬਣੇਗਾ, ਉਹ ਸੁਭਾਅ ਪਾਤਸ਼ਾਹ ਕਹਿੰਦੇ ਨੇ ਇਹਦੇ ਨਾਲ ਚੱਲੇਗਾ। ਇਹਨੂੰ ਭਗਤ ਜੀ ਬੜੇ ਪਿਆਰੇ ਸ਼ਬਦਾਂ ਵਿੱਚ ਅੰਕਿਤ ਕਰਦੇ ਨੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੋ ਮਰੈ, ਸਰਪ ਜੋਨ ਵਲ ਵਲ ਅਵਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੋ ਮਰੈ, ਸੋਕਰ ਜੋਨ ਵਲ ਵਲ ਅਵਤਰੈ। ਤੇ ਉੱਥੇ ਅੰਤ ਵਿੱਚ ਜਾ ਕੇ ਕਹਿ ਦਿੱਤਾ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੈ ਮਰੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੂੰ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦਾ ਰੂਪ ਹੋ ਕੇ ਨਿਬੜੇਗਾ। ਬਸ ਆਹ ਫਰਕ ਹੈ ਸਾਧ ਸੰਗਤ ਜੀ। ਪਾਤਸ਼ਾਹ ਕਹਿੰਦੇ ਨੇ ਆਪੇ ਬੀਜ, ਆਪਣੀ ਕਰਮ ਰੂਪੀ ਧਰਤੀ ਦੇ ਅੰਦਰ ਤੂੰ ਆਪ ਹੀ ਬੀਜ ਪਾ ਰਿਹਾ ਹੈ ਤੇ ਆਪੇ ਹੀ ਖਾਹੋ। ਇਹ ਬੀਜ ਤੈਨੂੰ ਆਪ ਹੀ ਖਾਣਾ ਪੈਣਾ। ਸਾਧ ਸੰਗਤ ਇੱਥੇ ਜਾਹੋ ਖਾਹੋ ਇਹ ਸ਼ਬਦ ਜਿਹੜੇ ਨੇ ਧਿਆਨ ਦੇਣਾ, ਇਹ ਸ਼ਬਦਾਂ ਦੇ ਥੱਲੇ ਔਂਕੜ ਲੱਗਾ ਹੋਇਆ ਬੋਲਿਆ ਜਾਏਗਾ, ਕਿਉਂਕਿ ਇਹ ਜਿੰਨੇ ਸ਼ਬਦ ਨੇ ਇਹ ਕਿਰਿਆਵਾਚਕ ਸ਼ਬਦ ਨੇ। ਇੱਥੇ ਖਾਣ ਦੀ ਜਾਣ ਦੀ ਸਾਡੇ ਸਾਹਮਣੇ ਕਿਰਿਆ ਦੀ ਗੱਲ ਹੋ ਰਹੀ ਹੈ, ਇਸ ਕਰਕੇ ਇਹਨਾਂ ਸ਼ਬਦਾਂ ਦੇ ਥੱਲੇ ਲੱਗਿਆ ਹੋਇਆ ਔਂਕੜ ਸਾਨੂੰ ਉਚਾਰਨ ਕਰਨਾ ਪਏਗਾ ਕਿ ਕਰ ਕਰ ਕਰਨਾ ਲਿਖ ਲੈ ਜਾਹੋ। ਜੋ ਕੁਝ ਅਸੀਂ ਕਰ ਰਹੇ ਹਾਂ ਉਹ ਕੀਤਾ ਹੋਇਆ ਸਾਡੇ ਨਾਲ ਜਾਣਾ ਹੈ, ਉਹ ਸਰੀਰ ਦੇ ਨਾਲ ਨਹੀਂ ਜਾਣਾ ਪਰ ਸਾਡੇ ਸੁਭਾਅ ਦੇ ਨਾਲ ਜਾਏਗਾ। ਅਸੀਂ ਜਿਵੇਂ ਜਿਵੇਂ ਅੱਗੇ ਜਾਵਾਂਗੇ ਉਹ ਸਾਡੇ ਸੁਭਾਅ ਵਿੱਚ ਸ਼ਾਮਲ ਹੋਏਗਾ। ਆਪੇ ਬੀਜ, ਜੋ ਇਸ ਧਰਤੀ ਦੇ ਅੰਦਰ ਅਸੀਂ ਬੀਜ ਬੀਜ ਰਹੇ ਆਪੇ ਹੀ ਖਾਓ। ਸਾਧ ਸੰਗਤ ਤੋਂ ਸਾਨੂੰ ਖਾਣਾ ਪੈਣਾ ਹੈ। ਜੇ ਚੰਗਾ ਬੀਜ ਰਹੇ ਹਾਂ ਤੇ ਚੰਗਾ ਖਾਵਾਂਗੇ। ਫਰੀਦਾ ਲੋੜੈ ਦਾਖ ਬੀਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨਕ ਤਾਏ ਦਾ ਪੈਂਦਾ ਲੋੜੈ ਪੱਟ। ਬਾਬਾ ਜੀ ਕਹਿੰਦੇ ਨੇ ਤੈਨੂੰ ਖਾਣਾ ਪੈਣਾ ਹੈ। ਉਹ ਜੇ ਕੁਝ ਹੋਰ ਬੀਜ ਗਏ ਤੇ ਕੁਝ ਹੋਰ ਦੀ ਕਾਮਨਾ ਰੱਖਣਾ ਤੇ ਐਸਾ ਕੁਦਰਤ ਦਾ ਨਿਯਮ ਨਹੀਂ ਹੈ। ਕੁਦਰਤ ਦਾ ਨਿਯਮ ਹੈ ਜੋ ਬੀਜਿਆ ਜਾਂਦਾ ਉਹੀ ਵੱਧ ਫੁੱਲ ਕੇ ਮਿਲਦਾ ਹੈ। ਇੱਕ ਬੀਜ ਬੀਜਿਆ ਜਾਂਦਾ ਹੈ, ਉਹ ਸਮਾਂ ਪਾ ਕੇ ਜਦੋਂ ਉਹ ਆਪਣੇ ਫਲ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਉਹ ਇੱਕ ਨਹੀਂ ਰਹਿੰਦਾ, ਉਹ ਕਈਆਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਅੱਜ ਇੱਕ ਦੁੱਖ ਵੀ ਬੀਜ ਬੀਜਿਆ ਮਾੜਾ, ਧਿਆਨ ਦੇਣਾ ਸਮਾਂ ਪਾ ਕੇ ਉਹਨੇ ਪਤਾ ਨਹੀਂ ਕਿੰਨਿਆਂ ਨੂੰ ਜਨਮ ਦੇਣਾ ਹੈ। ਇਸ ਕਰਕੇ ਸਤਿਗੁਰ ਕਹਿੰਦੇ ਨੇ ਸਿਰਫ ਕਹਿਣ ਦੀਆਂ ਗੱਲਾਂ ਨਹੀਂ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਹੋ ਜਾਏ। ਨਾਨਕ ਜੀ ਪਰਮਾਤਮਾ ਦੇ ਹੁਕਮ ਵਿੱਚ ਹੀ ਬੰਦਾ ਆਉਂਦਾ ਹੈ, ਰੱਬ ਜੀ ਦੇ ਹੁਕਮ ਦੇ ਵਿੱਚ ਹੀ ਬੰਦਾ ਜਾਂਦਾ ਹੈ, ਹੁਕਮ ਤੋਂ ਬਾਹਰ ਨਹੀਂ ਹੈ। ਇਸੇ ਕਰਕੇ ਸਾਹਿਬ ਕਹਿੰਦੇ ਨੇ ਤੂੰ ਜਾਣਾ ਹੈ ਤਾਂ ਕੋਈ ਜਾਣੇ, ਤੇਰਾ ਦਿਆ ਨਾਮ ਵਖਾਨੇ, ਤੂੰ ਬੇਅੰਤ ਸਤਿਗੁਰ ਜੀ ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਆਪੇ ਕਾਰਨ ਆਪੇ ਕਰਨਾ, ਹੁਕਮੇ ਜੰਮਨ ਹੁਕਮੇ ਮਰਨਾ, ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ਿਸ਼ ਤੁਮਾਰੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾਨਕ ਹੁਕਮੀ ਆਵੋ ਜਾਹੋ। ਇਹ ਭਾਈ ਹੁਕਮ ਦੇ ਵਿੱਚ ਪਰਮਾਤਮਾ ਦੀ ਬਣਾਈ ਨਿਯਮਾਵਲੀ ਵਿੱਚ ਬੰਦਾ ਸੰਸਾਰ ਵਿੱਚ ਆਉਂਦਾ ਹੈ ਔਰ ਉਸ ਨਿਯਮਾਵਲੀ ਦੇ ਅਨੁਸਾਰ ਸੰਸਾਰ ਵਿੱਚੋਂ ਜਾਂਦਾ ਹੈ, ਪਰ ਇਹਦੇ ਕੀਤੇ ਹੋਏ ਕਰਮ ਸਤਿਗੁਰ ਕਹਿੰਦੇ ਨੇ ਬੀਜ ਬਣ ਕੇ ਫਲ ਬਣ ਕੇ ਇਹਦੇ ਨਾਲ ਅੱਗੇ ਤੱਕ ਜਾਂਦੇ ਨੇ। ਇਸ ਕਰਕੇ ਸਤਿਗੁਰ ਕਹਿੰਦੇ ਨੇ ਪੁੰਨ ਤੇ ਪਾਪ ਸਿਰਫ ਆਖਣ ਦੀਆਂ ਗੱਲਾਂ ਨਹੀਂ, ਇਹ ਹਕੀਕਤ ਹੈ, ਸੱਚ ਹੈ। ਇਸ ਕਰਕੇ ਬੰਦਿਆ ਆਪਣੇ ਜੀਵਨ ਦੇ ਅੰਦਰ ਚੰਗੇ ਕਰਮਾਂ ਨੂੰ ਤਰਜੀਹ ਦੇ। ਸਤਿਗੁਰ ਕਿਰਪਾ ਕਰਨ, ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਸਾਧ ਸੰਗਤ ਬਖਸ਼ ਲੈਣੀਆਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।